ਦੋਸਤੋ ਅਸੀਂ ਅੱਜ ਹੈਗੇ ਹਾਂ ਲੁਧਿਆਣਾ ਦੀ ਹੌਜ਼ਰੀ ਸੈਕਟਰ ਦੇ ਵਿੱਚ, ਹੌਜ਼ਰੀ ਮੈਨਚੈਸਟਰ ਦੇ ਵਿੱਚ। ਲੁਧਿਆਣਾ ਜਿਹੜੀ ਹੌਜ਼ਰੀ ਹੈ ਇਹ ਫੈਸ਼ਨ ਗਾਰਮੈਂਟ ਨੂੰ, ਫੈਸ਼ਨ ਇੰਡਸਟਰੀ ਨੂੰ ਇਹਦਾ ਵਰਲਡ ਦੇ ਵਿੱਚ ਰਿਪਰੈਜ਼ੈਂਟ ਕਰਦੀ ਹੈ। ਫੈਸ਼ਨ ਇੰਡਸਟਰੀ ਦਾ ਮਤਲਬ ਇਹ ਹੈ ਕਿ ਜਿੰਨਾ ਵੀ ਵਿੰਟਰ ਹੌਜ਼ਰੀ ਦੀ ਮਿਲਦੀ ਹੈ, ਬਣਦੀ ਹੈ, ਗਾਰਮੈਂਟਸ ਹੋ ਗਏ, ਲੇਡੀਜ਼ ਕਾਰਡੀਗਨ ਹੋ ਗਏ, ਸਵੈਟ ਸ਼ਰਟਸ ਹੋ ਗਈਆਂ, ਇਹ ਸਾਰੀ ਜਿੰਨੀ ਵਧੀਆ ਲੁਧਿਆਣੇ 'ਚ ਬਣਦੀ ਹੈ ਉਹ ਪੂਰੇ ਵਰਲਡ ਇਹਨੂੰ ਫੋਲੋ ਕਰਦਾ ਹੈ। ਇਹ ਲੁਧਿਆਣਾ ਦੀ ਸ਼ਾਨ ਵੀ ਹੈ। ਵਿੰਟਰਲੀ ਜਿਹੜਾ ਮਾਲ ਬਣਦਾ ਹੈ ਉਹ ਇਸ ਟਾਈਮ ਗਰਮੀਆਂ 'ਚ ਬਣਦਾ ਹੈ, ਕਿਉਂਕਿ ਜੇ ਗਰਮੀਆਂ 'ਚ ਮਾਲ ਬਣੇਗਾ ਤਾਂ ਉਹ ਸਰਦੀਆਂ 'ਚ ਵਿਕੇਗਾ। ਕੋਵਿਡ ਕਰਕੇ ਇਸ ਵਾਰੀ ਇਹ ਮਾਲ ਬਣਨ 'ਚ ਥੋੜ੍ਹੀ ਜਿਹੀ ਦਿੱਕਤ ਆਏਗੀ, ਕਿਉਂਕਿ ਇਹ ਹਰ ਸਾਲ ਇਹ ਮਾਲ ਬਣਾਉਣ ਲਈ ਇੱਕ ਐਗਜ਼ੀਬਿਸ਼ਨਸ ਲੱਗੀਆਂ ਜਾਂਦੀਆਂ ਸੀ, ਬੁਕਿੰਗ ਐਗਜ਼ੀਬਿਸ਼ਨ, ਉਹਨੂੰ ਪ੍ਰੀਵਿਊ, ਵਿੰਟਰ ਪ੍ਰੀਵਿਊ ਕਿਹਾ ਜਾਂਦਾ ਸੀ, ਜਿਹਦਾ ਮੇਨ ਮਕਸਦ ਇਹ ਹੁੰਦਾ ਸੀਗਾ ਕਿ ਉਸ ਐਗਜ਼ੀਬਿਸ਼ਨ ਦੇ ਵਿੱਚ ਪੂਰੇ ਇੰਡੀਆ ਤੋਂ, ਪੂਰੇ ਈਵਨ ਕਈ ਵਾਰੀ ਵਰਲਡ ਤੋਂ ਵੀ, ਬਾਹਰਲੇ ਦੇਸ਼ਾਂ ਤੋਂ ਵੀ ਕੁਝ ਬੰਦੇ ਆਉਂਦੇ ਸੀ, ਵਿਜ਼ਟਰਸ ਆਉਂਦੇ ਸੀ, ਰਿਟੇਲਰਸ ਆਉਂਦੇ ਸੀ, ਜਿਨ੍ਹਾਂ ਨੂੰ ਸੈਂਪਲ ਸੈੱਟ ਦਿਖਾਇਆ ਜਾਂਦਾ ਸੀ ਔਰ ਉਹਦੇ ਬਿਹਾਫ 'ਤੇ ਜਿਹੜੇ ਉਹ ਪੀਸ ਪਸੰਦ ਕਰਦੇ ਸੀ ਉਹਨਾਂ ਦੇ ਬਿਹਾਫ 'ਤੇ ਇਹ ਅੱਗੇ ਜਾ ਕੇ ਮਾਲ ਤਿਆਰ ਹੁੰਦਾ ਸੀ, ਜਿਹੜੇ ਕਿ ਆਪਾਂ ਲੋਕਾਂ ਨੂੰ ਸ਼ੋਰੂਮਾਂ 'ਚ ਔਰ ਮਾਲਸ ਦੇ ਵਿੱਚ ਖਰੀਦਣ ਨੂੰ ਮਿਲਦੇ ਸੀ। ਮਤਲਬ ਕਿ ਉਹਦਾ ਪਹਿਲਾਂ ਹੀ ਪ੍ਰੀਵਿਊ ਟੈਸਟ ਕਰ ਦਿੱਤਾ ਜਾਂਦਾ ਸੀ, ਜਿਹੜਾ ਜਿੰਨਾ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਉਸ ਪ੍ਰੋਡਕਟ ਦੇ ਉਨੇ ਜ਼ਿਆਦਾ ਪੀਸ ਬਣਦੇ ਸੀ। ਪਰ ਕਿਉਂਕਿ ਕੋਵਿਡ ਕਰਕੇ ਇਸ ਵਾਰੀ ਐਗਜ਼ੀਬਿਸ਼ਨਸ ਨਹੀਂ ਲੱਗ ਪਾ ਰਹੀਆਂ, ਸਰਕਾਰ ਦੇ ਨਿਯਮਾਂ ਅਨੁਸਾਰ ਸੋਸ਼ਲ ਡਿਸਟੈਂਸਿੰਗ ਬਹੁਤ ਜ਼ਰੂਰੀ ਹੈ, ਅਤੇ ਇਸ ਵਾਰੀ ਇਹ ਬੁਕਿੰਗਸ ਨਹੀਂ ਹੋ ਪਾਈਆਂ ਨਾ। ਔਰ ਇਹ ਕਿਉਂਕਿ ਗਾਰਮੈਂਟ ਦੇ ਨਾਲ ਰਿਲੇਟਡ ਹੈ, ਸਟੱਫ ਦੇਖਣਾ ਹੁੰਦਾ, ਉਹਦੇ ਵਿੱਚ ਪ੍ਰੋਡਕਟ ਦੀ ਕੁਆਲਿਟੀ ਦੇਖਣੀ ਹੁੰਦੀ ਹੈ, ਅਤੇ ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਬੜੀ ਇੰਪੋਰਟੈਂਟ ਹੁੰਦੀਆਂ ਜੋ ਇਸ ਵਾਰੀ ਨਹੀਂ ਹੋ ਪਾਈਆਂ। ਅਤੇ ਇਸ ਚੀਜ਼ ਲਈ ਅਸੀਂ ਇਸ ਵਾਰੀ ਆਏ ਹਾਂ ਗਾਰਮੈਂਟ ਹੋਲਸੇਲ ਜਿਹੜੀ ਆਪਣੀ ਔਰ ਰਿਟੇਲ ਦੀ ਜਿਹੜੀ ਸਭ ਤੋਂ ਵੱਡੀ ਇੰਡੀਆ ਦੀ ਜਿਹੜੀ ਇਸ ਟਾਈਮ ਆਪਣੀ ਹੈਗੀ ਹੈ ਐਸੋਸੀਏਸ਼ਨ ਕਮਲ, ਜਿਹਨੂੰ ਕਹਿੰਦੇ ਨਿਟਵੇਅਰ ਐਂਡ ਅਪੈਰਲਸ ਮੈਨੂਫੈਕਚਰਰ ਐਸੋਸੀਏਸ਼ਨ, ਲੁਧਿਆਣਾ ਦੀ ਹੈਗੀ ਹੈ। ਲੁਧਿਆਣਾ ਤੋਂ ਅਸੀਂ ਅੱਜ ਉਹਨਾਂ ਦੇ ਪ੍ਰਧਾਨ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਸੁਦਰਸ਼ਨ ਜੈਨ ਜੀ ਕੋਲ ਆਏ ਹਾਂ ਕਿ ਇਹ ਕਿੱਦਾਂ ਇਸ ਵਾਰੀ ਵਿਦਾਊਟ ਐਗਜ਼ੀਬਿਸ਼ਨ, ਵਿਦਾਊਟ ਪ੍ਰੀਵਿਊ ਕੀਤੇ, ਇਹ ਕਿੱਦਾਂ ਇਹਨਾਂ ਲਈ ਕੀ ਦਿੱਕਤਾਂ ਸਾਹਮਣਾ ਕਰਨਾ ਪਏਗਾ ਔਰ ਕਿੱਦਾਂ ਇਹ ਆਪਣੀ ਸਟ੍ਰੈਟਜੀ ਬਣਾਉਣਗੇ ਔਰ ਕਿੱਦਾਂ ਮਾਲ ਤਿਆਰ ਕੀਤਾ ਜਾਏਗਾ। ਸਰ ਨਮਸਕਾਰ ਜੀ। ਨਮਸਕਾਰ ਸੰਦੀਪ ਜੀ। ਨਮਸਕਾਰ ਜੀ। ਸਰ ਇਸ ਵਾਰੀ ਬੜਾ ਦਿੱਕਤ ਵਾਲਾ ਸਿਸਟਮ ਆ ਗਿਆ, ਤੁਸੀਂ ਐਗਜ਼ੀਬਿਸ਼ਨ ਨਹੀਂ ਲਗਾ ਪਾਏ, ਐਗਜ਼ੀਬਿਸ਼ਨ ਦਾ ਟਾਈਮ ਵੀ ਨਿਕਲ ਗਿਆ ਹੁਣ, ਤੇ ਕਿੱਦਾਂ ਤੁਸੀਂ ਆਪਣੀ ਇਸ ਇੰਡਸਟਰੀ ਨੂੰ ਅੱਗੇ ਕਰੋਗੇ, ਕੀ ਸਟ੍ਰੈਟਜੀ ਰਹੇਗੀ ਇਸ ਵਾਰੀ ਵਿੰਟਰ ਮਾਲ ਬਣਾਉਣ ਦੀ? ਸੰਦੀਪ ਜੀ, ਅਸੀਂ ਜਿਹੜਾ ਇਸ ਸਾਲ ਦਾ ਸਾਡਾ ਟ੍ਰੇਡ ਫੇਅਰ ਸੀਗਾ, ਵਾਇਰਸੈਲ ਮੀਟ ਸੀਗੀ, ਉਹ 3 ਮਈ ਨੂੰ ਅਸੀਂ ਫਿਕਸ ਕੀਤੀ ਸੀਗੀ। ਇਸ ਸਾਲ ਦੇ ਸ਼ੁਰੂ 'ਚ, ਜਿਹੜਾ ਅਸੀਂ ਜਨਵਰੀ 'ਚ ਕਰਦੇ ਹੈਗੇ, ਜਨਵਰੀ 'ਚ ਅਸੀਂ 3 ਮਈ ਨੂੰ ਉਹਨੂੰ ਫਿਕਸ ਕਰ ਦਿੱਤਾ ਸੀਗਾ। ਪਰ ਮਾਰਚ ਦੇ ਵਿੱਚ ਲੋਕਡਾਊਨ ਸ਼ੁਰੂ ਹੋਣ ਤੋਂ ਬਾਅਦ ਫਿਰ ਅਸੀਂ ਅਪ੍ਰੈਲ ਦੇ ਫਸਟ ਵੀਕ ਜਦੋਂ ਦੇਖਿਆ ਕਿ ਇਹ ਲੋਕਡਾਊਨ ਲੰਬਾ ਜਾਏਗਾ, ਅਤੇ ਫਿਰ ਇਸ ਮੀਟਿੰਗ ਨੂੰ ਅਸੀਂ ਉਸ ਵੇਲੇ ਡੈਫਰ ਕੀਤਾ, ਇਸ ਵਾਇਰਸੈਲ ਮੀਟ ਨੂੰ ਅਸੀਂ ਡੈਫਰ ਕੀਤਾ ਸੀਗਾ ਟਿਲ ਫਰਦਰ ਸਰਕਮਸਟਾਂਸਿਸ ਦੇ ਹਿਸਾਬ ਨਾਲ ਜੋ ਵੀ ਉਸ ਵੇਲੇ ਹੋਏਗਾ। ਹੁਣ ਅਸੀਂ ਫਿਰ ਉਸ ਤੋਂ ਬਾਅਦ ਦੁਬਾਰਾ ਰਿਵਿਊ ਮੀਟਿੰਗ ਵੀ ਕੀਤੀ ਹੈ 10 ਦਿਨ 15 ਦਿਨ ਪਹਿਲਾਂ, ਅਤੇ ਉਹਦੇ ਵਿੱਚ ਵੀ ਸਾਨੂੰ ਇਹ ਲੱਗਦਾ ਕਿ ਅਸੀਂ ਇਹ ਟ੍ਰੇਡ ਫੇਅਰ ਜਿਹੜਾ ਜਾਂ ਵਾਇਰਸੈਲਰ ਮੀਟ ਜਿਹਨੂੰ ਅਸੀਂ ਕਹਿੰਦੇ ਪਏ ਹਾਂ ਨੈਸ਼ਨਲ ਲੈਵਲ ਦੀ, ਇਹ ਅਸੀਂ ਇਸ ਸਾਲ ਸ਼ਾਇਦ ਨਹੀਂ ਕਰ ਪਾਵਾਂਗੇ, ਕਿਉਂਕਿ ਆਵਾਜਾਈ ਦੇ ਸਾਧਨ ਜਿਹੜੇ ਹੈ ਉਹ ਚਾਹੇ ਖੁੱਲ੍ਹ ਗਏ ਨੇ, ਰੇਲਵੇ ਦੀਆਂ ਟ੍ਰੇਨ ਸ਼ੁਰੂ ਹੋ ਗਈਆਂ ਹੈਗੀਆਂ, ਡੋਮੈਸਟਿਕ ਫਲਾਈਟਸ ਵੀ ਸ਼ੁਰੂ ਹੋ ਚੁੱਕੀਆਂ ਹੈਗੀਆਂ, ਪਰ ਫਿਰ ਵੀ ਜਿਹੜੇ ਸਾਡੇ ਜਿੰਨੇ ਵੀ ਕਸਟਮਰ ਪੂਰੇ ਨੈਸ਼ਨਲ ਲੈਵਲ ਤੋਂ ਆਉਂਦੇ ਨੇ, ਬੈਂਗਲੋਰ, ਗੁਹਾਟੀ, ਸ਼ਿਲੌਂਗ, ਲਖਨਊ, ਜੈਪੁਰ, ਜਿੱਥੋਂ ਵੀ ਹਰੇਕ ਪੂਰੇ ਆਲ ਓਵਰ ਇੰਡੀਆ ਤੋਂ ਆਉਂਦੇ ਨੇ, ਉਹ ਇਸ ਮੂਡ 'ਚ ਜਾਂ ਕਹਿ ਲਓ ਜਾਂ ਇਸ ਵੇਲੇ ਉਹਨਾਂ ਦਾ ਇਸ ਤਰੀਕੇ ਦਾ ਹਾਲੇ ਵਾਤਾਵਰਨ ਨਹੀਂ ਬਣਿਆ, ਕੰਫਰਟ ਨਹੀਂ ਬਣਿਆ ਕਿ ਉਹ ਟਰੈਵਲ ਕਰਨਗੇ। ਸਪੈਸ਼ਲੀ ਜੇ ਅਸੀਂ ਵਾਇਰਸੈਲਰ ਮੀਟ ਦੀ ਕੋਈ ਡੇਟ ਰੱਖ ਵੀ ਦਿੰਦੇ ਹਾਂ ਅਤੇ ਉਹਦੇ ਵਿੱਚ ਉਹ ਟਰੈਵਲ ਕਰ ਪਾਉਣਗੇ, ਜੋ ਸਾਨੂੰ ਇਸ ਵੇਲੇ ਬਾਕੀ ਅਸੀਂ ਇਹ ਅਸੀਂ ਇਹ ਉਸ ਵੇਲੇ ਪਿਛਲੇ 15 ਦਿਨ ਪਹਿਲਾਂ ਜਦੋਂ ਮੀਟਿੰਗ ਹੋਈ ਹੈ ਉਸ ਵੇਲੇ ਕਿਹਾ ਸੀਗਾ ਵੀ ਅਸੀਂ ਹਰ 15-20 ਦਿਨ ਬਾਅਦ ਦੀ ਇੱਕ ਰਿਵਿਊ ਮੀਟਿੰਗ ਕਰ ਲਾਂਗੇ, ਔਰ ਉਸ ਤੋਂ ਬਾਅਦ ਅਸੀਂ ਹੁਣ ਸ਼ਾਇਦ ਕਲੈਕਟਿਵਲੀ, ਕਿਉਂਕਿ ਸੋਸ਼ਲ ਡਿਸਟੈਂਸਿੰਗ ਸਰਕਾਰ ਵੱਲੋਂ ਸਰਟਨ ਜਿਹੜੇ SOPs ਹੈਗੇ ਆ ਉਹਦੇ ਵਿੱਚ ਇਹ ਜੇ ਅਸੀਂ ਇਕੱਠੇ ਵੀ ਨਹੀਂ ਹੋ ਸਕਦੇ, ਇਕੱਠੇ ਜੁਆਇੰਟ ਮਤਲਬ ਮੀਟਿੰਗ ਨਹੀਂ ਕਰ ਸਕਦੇ, ਐਗਜ਼ੀਬਿਸ਼ਨ ਨਹੀਂ ਕਰ ਸਕਦੇ, ਡਿਸਪਲੇ ਨਹੀਂ ਕਰ ਸਕਦੇ, ਨਾ ਸਾਨੂੰ ਕਿਸੇ ਪੈਲੇਸ ਦੇ ਵਿੱਚ ਜਾਂ ਕਿਸੇ ਜਿਹੜੇ ਵੈਨਿਊ ਦੇ ਉੱਤੇ ਅਲਾਉਡ ਹੀ ਨਹੀਂ ਹੋਣਾ। ਅਤੇ ਇਸ ਕਰਕੇ ਅਸੀਂ ਇਹ ਸੋਚਿਆ ਸੀਗਾ ਉਸ ਵੇਲੇ ਵੀ ਜੇ ਕਿਤੇ ਅਸੀਂ ਨਹੀਂ ਕਰ ਪਾਵਾਂਗੇ ਅਤੇ ਅਸੀਂ ਜਿਸ ਵੇਲੇ ਵੀ ਇੱਕ ਈਜ਼ ਹੋਏਗੀ ਇਸ ਬੁਕਿੰਗ ਨੂੰ ਕਰਨ ਦੀ, ਉਸ ਟਾਈਮ ਦੇ ਵਿੱਚ ਅਸੀਂ 8 ਜਾਂ 10 ਦਿਨ ਦਾ ਪੂਰਾ, ਅੱਗੇ ਅਸੀਂ 4 ਦਿਨ ਦੀ ਕਰਦੇ ਸੀ, 10 ਦਿਨ ਦਾ ਇੱਕ ਪੂਰਾ ਇੱਕ ਟਾਈਮ ਟੇਬਲ ਬਣਾ ਕੇ ਉਹ ਫੈਕਟਰੀਆਂ ਦੇ ਵਿੱਚ ਅਸੀਂ ਆਪਣੇ ਕਸਟਮਰਸ ਨੂੰ ਇਨਵਾਈਟ ਕਰਾਂਗੇ। ਉਹ ਇੱਕ ਫਿਕਸਡ ਅਸੀਂ ਉਹ 10 ਦਿਨ ਕਹਿ ਦੇਵਾਂਗੇ, ਇਹਨਾਂ 10 ਦਿਨਾਂ 'ਚ ਆ ਕੇ ਸਾਡੀ ਫੈਕਟਰੀਆਂ ਦੇ ਵਿੱਚ ਆ ਕੇ ਤੁਸੀਂ ਉਹ ਆਪਣੀ ਜੋ ਮਾਲ ਦੀ ਜ਼ਰੂਰਤਾਂ ਹੈਗੀਆਂ
ਉਹ ਆ ਕੇ ਲਿਖਵਾ ਦੇਣ। ਇਹ ਕਦੋਂ ਤੱਕ ਪੋਸੀਬਿਲਿਟੀ ਹੈਗੀ ਮਾਲ ਬਣਾਉਣਾ ਜਦੋਂ ਹੁੰਦਾ ਹੈ, ਕਦੋਂ ਬਣੇਗਾ ਤੇ ਤਾਂ ਹੀ ਮਾਰਕੀਟ 'ਚ ਜਾਏਗਾ ਪ੍ਰੋਪਰ? ਸੰਦੀਪ ਜੀ, ਅੱਗੇ ਇਹ ਐਕਟੀਵਿਟੀ ਜਿਹੜੀ ਸੀਗੀ, ਹਾਲਾਂਕਿ ਅਸੀਂ ਬੁਕਿੰਗ ਮਈ 'ਚ ਕਰਦੇ ਸੀਗੇ ਫਸਟ ਵੀਕ ਦੇ ਵਿੱਚ, ਪਰ ਮਾਲ ਦੀ ਜਿਹੜੀ ਮੈਨੂਫੈਕਚਰਿੰਗ ਦੀ ਐਕਟੀਵਿਟੀ, ਜਿਹੜਾ ਕਾਰਪੋਰੇਟ ਸੈਕਟਰ ਨੂੰ ਮਾਲ ਬਣਾ ਕੇ ਦਿੰਦਾ ਸੀ, ਸਾਡੇ ਇੰਡਸਟਰੀ ਦਾ ਕੁਝ ਪਾਰਟ ਜਿਹੜਾ ਸੀਗਾ, ਉਹ ਕਿਤੇ ਮਾਰਚ ਦੇ ਫਸਟ ਵੀਕ ਜਾਂ ਫਰਵਰੀ ਦੇ ਐਂਡ ਸ਼ੁਰੂ ਕਰ ਲੈਂਦਾ ਸੀਗਾ। ਸਾਡੇ ਅਸੀਂ ਕਮਲ ਦੇ ਵਿੱਚ ਵੀ ਜਿਹੜੇ ਮੈਨੂਫੈਕਚਰ ਹੈਗੇ ਆ, ਉਹ ਕੁਝ ਬੇਸਿਕ ਮਾਲ ਅਸੀਂ ਮਾਰਚ ਵਗੈਰਾ ਅਪ੍ਰੈਲ 'ਚ ਬਣਾਉਂਦੇ ਸੀਗੇ, ਔਰ ਫੈਸ਼ਨ ਗੁੱਡ ਜਿਹੜੀਆਂ ਅਸੀਂ ਅਪ੍ਰੈਲ ਦੀ ਬੁਕਿੰਗ ਤੋਂ ਬਾਅਦ ਅਸੀਂ ਬਣਾਉਣੇ ਸ਼ੁਰੂ ਕਰ ਦਿੰਦੇ ਸੀਗੇ। ਤੇ ਇਸ ਵਾਰੀ ਸਟ੍ਰੈਟਜੀ ਕੀ ਰਹੇਗੀ ਫਿਰ? ਬੁਕਿੰਗ ਕਿੱਦਾਂ ਹੋਏਗਾ? ਪ੍ਰੀਵਿਊ ਤਾਂ ਹੋਇਆ ਨਹੀਂ ਇਸ ਸਾਲ ਕੋਈ ਪ੍ਰੀਵਿਊ ਨਹੀਂ ਹੋਇਆ। ਕੋਈ ਸਾਨੂੰ ਆਰਡਰਸ ਦੇ ਉੱਪਰ ਸਾਨੂੰ ਜੋ ਇੱਕ ਫੀਡਬੈਕ ਮਿਲਦੀ ਸੀ ਵੀ ਅਸੀਂ ਕੀ ਆਈਟਮ ਬਣਾਉਣੀ ਹੈ, ਉਹ ਤਾਂ ਨਹੀਂ ਹੋ ਪਾਏਗੀ। ਤੇ ਮਾਲ ਕਿੱਦਾਂ ਬਣੇਗਾ? ਇੱਦਾਂ ਹੈਗਾ ਸੰਦੀਪ ਜੀ, ਅਸੀਂ ਡਿਮਾਂਡ ਨੂੰ ਵੀ ਮਤਲਬ ਨਾ ਪਰਸੀਵ ਕਰ ਰਹੇ ਹਾਂ। ਡਿਮਾਂਡ ਕੀ ਰਹੇਗੀ ਜੀ, ਮਤਲਬ ਨਵੰਬਰ ਦਸੰਬਰ ਦੇ ਵਿੱਚ ਜੋ ਮਾਹੌਲ ਹੈਗਾ, ਉਹ ਅਸੀਂ ਵੈਸੇ ਇਸ ਗੱਲ ਨੂੰ ਹਲੇ ਕੁਝ ਵੀ ਪੱਕਾ ਨਹੀਂ ਕਰ ਰਹੇ। ਅਸੀਂ ਹਰ 15 ਦਿਨ ਜਾਂ ਮਹੀਨੇ ਬਾਅਦ ਇਸ ਗੱਲ ਨੂੰ ਰਿਵਿਊ ਕਰਾਂਗੇ। ਹਾਂਜੀ, ਕਿ ਲਾਈਕ ਵੀ ਫੈਸਟੀਵਲਸ ਕਿੰਨੇ ਕੁ ਸੈਲੀਬ੍ਰੇਟ ਹੋ ਪਾਉਣਗੇ, ਸੋਸ਼ਲ ਗੈਦਰਿੰਗ ਦੇ ਕੀ ਨੋਰਮਸ ਰਹਿਣਗੇ, ਸ਼ਾਦੀਆਂ ਦੇ ਕੀ ਨੋਰਮਸ ਰਹਿਣਗੇ। ਜਿਹੜੀ ਅੱਗੇ ਸਾਡਾ ਬਹੁਤ ਵੱਡਾ ਪਾਰਟ NRI ਬਾਹਰੋਂ ਆਉਂਦੇ ਸੀ, ਜਾਂ ਇੱਥੋਂ ਕਾਫੀ ਲੋਕ ਬਾਹਰ ਜਾਂਦੇ ਸੀ, ਜਾਂ ਲੋਕੀ ਬਾਹਰ ਘੁੰਮਣ ਲਈ ਜਾਂਦੇ ਸੀ, ਔਰ ਉਹਦੇ ਉੱਤੇ ਕਾਫੀ ਸਰਦੀਆਂ ਦੇ ਮਾਲ ਬਹੁਤ ਜ਼ਿਆਦਾ ਫੈਸਟੀਵਲ ਦੇ ਵਿੱਚ, ਟੂਰਿਜ਼ਮ ਦੇ ਉੱਤੇ, ਸ਼ਾਦੀਆਂ 'ਤੇ ਇਹ ਵਿਕਦੇ ਸੀਗੇ, ਜਿਹਦੀ ਹਲੇ ਹੁਣ ਕੋਈ ਵੀ ਇਹ ਜਿਹੜੇ ਫੈਕਟਰ ਹੈਗੇ ਆ ਜਿੱਥੇ ਸਾਡੀ ਡਿਮਾਂਡ ਕ੍ਰੀਏਟ ਹੁੰਦੀ ਸੀ, ਉਹ ਅਸੀਂ ਹਲੇ ਕੁਝ ਵੀ ਉਹਨੂੰ ਨਾ ਐਸਟੀਮੇਟ ਨਹੀਂ ਕਰ ਪਾ ਰਹੇ ਹੈਗੇ ਇਸ ਵੇਲੇ। ਤੇ ਹੁਣ ਜੋ ਕੁਝ ਵੀ ਬਣਾਉਣੇ ਪਏ, ਐਸੀ ਗੱਲ ਨਹੀਂ ਹੈ, ਪ੍ਰੋਡਕਸ਼ਨ ਸਬ ਯੂਨਿਟਸ ਨੇ ਸ਼ੁਰੂ ਕਰ ਦਿੱਤੀ ਹੈਗੀ ਹੈ। ਉਹ ਅਸੀਂ ਜੋ ਸਾਡਾ ਐਕਸਪੀਰੀਅੰਸ ਹੈ, ਹਰੇਕ ਬੰਦੇ ਦਾ ਜਿੰਨੇ ਸਾਲ ਦਾ ਐਕਸਪੀਰੀਅੰਸ ਆ, ਉਹਦੇ ਹਿਸਾਬ ਨਾਲ ਉਹ ਆਪਣੀ ਚੀਜ਼ਾਂ ਬਣਾ ਰਿਹਾ ਹੈਗਾ। ਜਿੱਥੇ ਉਹ ਕੰਫਰਟੇਬਲ ਫੀਲ ਕਰਦਾ, ਉਹਨਾਂ ਕੋਲ ਮਾਲ ਬਣਾਉਣਾ ਸ਼ੁਰੂ ਕਰ ਦਿੱਤਾ ਹੈਗਾ। ਉਸ ਤੋਂ ਬਾਅਦ ਅਸੀਂ ਆਪਸ 'ਚ ਇਹ ਸਲਾਹ ਕੀਤੀ ਹੈ ਕਿ ਇਸ ਗੱਲ ਨੂੰ ਰਿਵਿਊ ਕਰਦੇ ਰਹੋ ਵੀ ਕਿੰਨਾ ਮਾਰਕੀਟ, ਕਿੰਨੀ ਡਿਮਾਂਡ ਦੀ ਕਿਸਮ, ਕੀ ਐਸਟੀਮੇਟ ਹੁੰਦਾ। ਅਸੀਂ ਇਹ ਵਿਚਾਰ ਸਾਂਝਾ ਕਰ ਲੈਂਦੇ ਹਾਂ ਬੈਠ ਕੇ ਕਿ ਕੀ ਲੱਗਦਾ ਪਿਆ ਵੀ ਕਿੰਨੀ ਕੁ ਮਾਰਕੀਟ ਚੱਲੇਗੀ ਜਾਂ ਨਹੀਂ ਚੱਲੇਗੀ। ਤੇ ਉਸ ਤੋਂ ਬਾਅਦ ਫਿਰ ਅਸੀਂ ਇਹ ਮਤਲਬ ਗ੍ਰੈਜੂਅਲੀ ਅਸੀਂ ਦੇਖਾਂਗੇ। ਜੇ ਆਉਣ ਵਾਲੇ ਟਾਈਮ 'ਚ ਦੇਖੋ, ਅੱਜ ਦੀ ਡੇਟਸ 'ਤੇ ਬਹੁਤ ਹੋਪਫੁਲ ਨਹੀਂ ਹੈਗਾ ਲੱਗਦਾ ਪਿਆ, ਐਸਾ ਮਤਲਬ ਨਹੀਂ ਲੱਗਦਾ ਪਿਆ, ਪਰ ਜੇ ਆਉਣ ਵਾਲੇ ਟਾਈਮ 'ਚ ਜੇ ਅੱਛਾ ਹੋ ਜਾਂਦਾ ਤਾਂ ਅਸੀਂ ਆਪਣੀ ਪ੍ਰੋਡਕਸ਼ਨ ਨੂੰ ਵੀ ਉਦੋਂ ਤਾਂ ਗ੍ਰੈਜੂਅਲੀ ਵਧਾਉਂਦੇ ਰਹਾਂਗੇ। ਜਾਂ ਕਰੈਕਟਿਵ ਸਟੈਪ ਲੈ, ਦੇਖੋ ਸਾਨੂੰ ਨਹੀਂ ਪਤਾ ਵੀ ਉਸ ਵੇਲੇ ਹਾਲਾਤ ਕੀ ਰਹਿਣਗੇ, ਜਿੱਦਾਂ ਦੇ ਵੀ ਹਾਲਾਤ ਹੋਣਗੇ ਉਸ ਹਿਸਾਬ ਨਾਲ ਅਸੀਂ ਆਪਣੇ ਸਟੈਪ ਲੈਂਦੇ ਰਹਾਂਗੇ। ਡਿਜ਼ਾਈਨਿੰਗ ਤੇ ਸਟਾਈਲ ਨੂੰ ਲੈ ਕੇ ਕਿੱਦਾਂ ਕੀਤਾ ਜਾਏਗਾ? ਕਿਉਂਕਿ ਉਹ ਪ੍ਰੀਵਿਊ ਦੇਖ ਕੇ ਹੀ ਤੁਸੀਂ ਉਸ ਪ੍ਰੋਡਕਟ ਨੂੰ ਜ਼ਿਆਦਾ ਬਣਾਇਆ। ਡਿਜ਼ਾਈਨਿੰਗ ਸਟਾਈਲ ਵੀ ਦੇਖੋ ਅਸੀਂ ਆਪ ਹੀ ਬਣਾਉਂਦੇ ਸੀਗੇ। ਦੇਖੋ ਸਾਡਾ ਕਸਟਮਰ ਸਾਨੂੰ ਆ ਕੇ ਸਿਲੈਕਸ਼ਨ ਦੇ ਵਿੱਚ ਉਹ ਨਾ ਇੱਕ ਇੰਡੀਕੇਸ਼ਨ ਦਿੰਦਾ ਸੀ ਵੀ ਇਹ ਡਿਜ਼ਾਈਨ, ਕਿਉਂਕਿ ਦੇਖੋ ਕੀ ਹੈ, ਡੈਮੋਕ੍ਰੈਟਿਕ ਸਿਸਟਮ ਵੀ ਹੁੰਦਾ ਕਿ ਨੰਬਰਸ, ਮੰਨ ਲਓ ਸਾਡੇ ਕੋਲ ਜੇ 500 ਕਸਟਮਰ ਆਇਆ ਤੇ ਉਹਨੇ ਜਿਹਨੇ ਬੰਦੇ ਨੇ ਜਿਹੜਾ ਸਟਾਈਲ ਸਾਡਾ ਜ਼ਿਆਦਾ ਅਪਰੂਵ ਕੀਤਾ ਸੀ, ਉਹਨੂੰ ਜ਼ਿਆਦਾ ਬਣਾ ਲੈਂਦੇ ਸੀ, ਜਾਂ ਜਿਹਦੀ ਬੁਕਿੰਗ। ਹੁਣ ਦੇਖੋ ਡਿਜ਼ਾਈਨਿੰਗ ਤਾਂ ਅਸੀਂ ਕੀਤੀ ਹੋਈ ਹੈ, ਥੋੜ੍ਹਾ ਜਿਹਾ ਐਕਸਪੀਰੀਅੰਸ ਨਾਲ ਸਾਨੂੰ ਥੋੜ੍ਹਾ ਜਿਹਾ ਅੰਦਾਜ਼ਾ ਤਾਂ ਹੁੰਦਾ ਹੀ ਹੈਗਾ ਕਿ ਆਈਟਮ ਅੱਛੀ ਲੱਗਦੀ ਹੈ। ਅਸੀਂ ਆਪਣੇ ਇੰਟਰਨਲ ਜਿਹੜਾ ਸਾਡਾ ਮੈਕੈਨਿਜ਼ਮ ਹੈਗਾ ਵਾ, ਕਿਹੜੀ ਆਈਟਮ ਅੱਛੀ ਹੈਗੀ ਹੈ, ਉਹਦੀ ਅਸੀਂ ਥੋੜ੍ਹੀ ਮਤਲਬ ਆਪਣੇ ਐਕਸਪੀਰੀਅੰਸ ਨਾਲ ਪ੍ਰੋਡਕਸ਼ਨ ਅਸੀਂ ਕਰ ਲਵਾਂਗੇ। ਅਸੀਂ ਉਨੀ, ਪਰ ਬਹੁਤ ਥੋੜੀ ਪ੍ਰੋਡਕਸ਼ਨ ਕਰਾਂਗੇ, ਬਹੁਤ ਜ਼ਿਆਦਾ ਪ੍ਰੋਡਕਸ਼ਨ ਨਹੀਂ ਕਰਾਂਗੇ। ਜ਼ਿਆਦਾ ਰਿਸਕ ਨਹੀਂ ਲਏਗੀ, ਜ਼ਿਆਦਾ ਰਿਸਕ, ਇੰਡਸਟਰੀ ਵੀ ਸੰਭਲ ਕੇ ਚੱਲੇਗੀ ਥੋੜਾ ਜਿਹਾ। ਨਹੀਂ ਦੇਖੋ 3 ਮਹੀਨੇ ਦਾ ਟਾਈਮ ਤਾਂ ਪ੍ਰੋਡਕਸ਼ਨ ਦਾ ਚਲਾ ਹੀ ਗਿਆ। ਅਪ੍ਰੈਲ ਮਈ ਜੂਨ ਤਾਂ ਨਿਕਲ ਹੀ ਗਿਆ ਹੈਗਾ ਆਲਮੋਸਟ। ਜੂਨ ਤੇ ਚੱਲਦਾ ਪਿਆ, ਜੂਨ ਵੀ ਮੈਨੂੰ ਲੱਗਦਾ ਨਹੀਂ ਕਿ ਬਹੁਤ ਕੋਈ ਅੱਛਾ ਹੈ। ਬਹੁਤ ਵਿੰਟਰ ਦੀ ਪ੍ਰੋਡਕਸ਼ਨ ਹੈ ਉਹ ਕਿਹੜੇ ਮਹੀਨੇ ਤੱਕ ਮੇਨ ਕੀਤੀ ਜਾਂਦੀ ਹੈ? ਦੇਖੋ ਅੱਗੇ ਤਾਂ ਜਨਰਲੀ ਯੂਨਿਟ ਜਿਹੜੇ ਆਪਣੇ ਠੀਕ ਟਾਈਮ ਤੇ ਪ੍ਰੋਡਕਸ਼ਨਾਂ ਕਰ ਲੈਂਦੇ ਸੀ। ਅਸੀਂ ਜਿਵੇਂ ਅਸੀਂ ਆਪਣੇ ਯੂਨਿਟ ਦੇ ਵਿੱਚ ਅਸੀਂ 31 ਅਕਤੂਬਰ ਤੋਂ ਬਾਅਦ ਮਤਲਬ ਪ੍ਰੋਡਕਸ਼ਨ ਬੰਦ ਕਰ ਦਿੰਦੇ ਸੀ। 15 ਨਵੰਬਰ ਤੱਕ ਅਸੀਂ ਆਪਣੀ ਸਾਰੀ ਚੀਜ਼ਾਂ ਨੂੰ ਮਤਲਬ ਸਮੇਟ ਲੈਂਦੇ ਸੀ। ਤੇ ਜਿਹੜੀ MNC ਕੰਪਨੀਜ਼ ਤੁਹਾਨੂੰ ਕੰਟਰੈਕਟ ਕਰਦੀ ਸੀ ਇਸ ਟਾਈਮ ਤੱਕ, ਫੋਲੋ ਕਰਦੀ ਸੀ ਆਰਡਰ ਲੈਣ ਲਈ, ਉਹਨਾਂ ਦਾ ਇਸ ਵਾਰੀ ਕੀ ਰੁਝਾਨ ਹੈ? ਉਹ ਵੀ ਨਹੀਂ, ਉਹ ਬਹੁਤ ਆਰਡਰ ਨਹੀਂ ਦੇ ਰਹੀਆਂ। ਔਰ ਆਰਡਰ ਜਿਹੜੀਆਂ ਕੰਪਨੀਆਂ, ਕਿਉਂਕਿ ਦੇਖੋ ਅਸੀਂ ਕਾਰਪੋਰੇਟ ਦਾ ਕੰਮ ਨਹੀਂ ਕਰਦੇ ਹੈਗੇ, ਪਰ ਅਸੀਂ ਜਿਹੜੇ ਸਾਡੇ ਦੋਸਤ ਔਰ ਦੂਸਰੇ ਕੁਲੀਗ ਕਰਦੇ ਹੈਗੇ ਆ, ਉਹਨਾਂ ਨਾਲ ਮੇਰੇ ਰੋਜ਼ ਸ਼ੇਅਰਿੰਗ ਹੁੰਦੀ ਹੈ। ਤੇ ਜੇ ਕਾਫੀ ਕੰਪਨੀ ਜਿਹੜੀ ਅੱਛੀ ਕੰਪਨੀਆਂ ਹੈਗੀਆਂ, ਕਿਉਂਕਿ ਉਹਨਾਂ ਨੂੰ ਆਪ ਡਿਮਾਂਡ ਦੇ ਬਾਰੇ ਹਲੇ ਕੁਝ ਉਹ ਐਸਟੀਮੇਟ ਨਹੀਂ ਲਗਾ ਪਾ ਰਹੀਆਂ, ਤੇ ਉਹ ਤਾਂ ਐਤਕੀ ਵਿੰਟਰ ਦੇ ਲਈ ਕੋਈ ਬਹੁਤ ਆਰਡਰਸ ਨਹੀਂ ਦੇ ਰਹੀਆਂ। ਕੁਝ ਕੰਪਨੀਆਂ ਜਿਹੜੀਆਂ ਆਰਡਰ ਦੇਣ ਨੂੰ ਤਿਆਰ ਹੈਗੀਆਂ, ਉੱਥੇ ਸਾਡੇ ਜਿਹੜੇ ਦੋਸਤਾਂ ਨਾਲ ਜਦੋਂ ਗੱਲ ਹੁੰਦੀ ਹੈ, ਕੁਲੀਗਸ ਨਾਲ ਗੱਲ ਹੁੰਦੀ ਹੈ, ਉਹ ਇਹ ਕਹਿੰਦੇ ਹੈਗੇ ਵੀ ਹਲੇ ਅਸੀਂ ਮੰਨ ਲਓ ਉਹਨਾਂ ਨਾਲ ਮਾਲ ਬਣਾ ਦਈਏ, ਉਹਨਾਂ ਕੋਲੋਂ ਕਮਿਟਮੈਂਟ ਲੈਵਲ ਜਾਂ ਗਰੰਟੀ ਲੈਵਲ ਜਿਹੜਾ ਹੈਗਾ ਕਿ ਉਹ ਮਾਲ ਪੂਰਾ ਚੁੱਕਣਗੇ। ਜੇ ਹਾਲਾਤ ਮੰਨ ਲਓ ਥੋੜ੍ਹੇ ਜਿਹੇ ਖਰਾਬ ਹੋ ਜਾਂਦੇ ਆ ਜਾਂ ਕੁਝ ਵੀ ਹੁੰਦਾ ਹੈਗਾ, ਉਹਦੇ ਵਿੱਚ ਉਹਨਾਂ ਦੀ ਕੀ ਪੋਜੀਸ਼ਨ ਹੈਗੀ ਮਾਲ ਚੁੱਕਣ ਦੀ। ਕਿਉਂਕਿ ਦੇਖੋ ਪਿੱਛੇ ਹੀ ਜਿਹੜੇ 6 ਮਹੀਨੇ ਆ ਸਾਡੀ ਸਰਦੀ ਦੀ ਪੇਮੈਂਟਾਂ ਜਿਹੜੀਆਂ ਪਿਛਲੇ ਮਾਲ ਦੀਆਂ ਉਹ ਫਸੀਆਂ ਹੋਈਆਂ।
ਸਾਡੇ ਗਰਮੀ ਦੇ ਮਾਲ ਵੀ ਜਿਹੜੇ ਕੁਝ ਮੈਂਬਰ ਬਣਾਉਂਦੇ ਆ ਉਹਨਾਂ ਦੀ ਪੇਮੈਂਟਾਂ ਹਾਲੇ ਨਹੀਂ ਆਈਆਂ ਹੈਗੀਆਂ। ਔਰ ਮਤਲਬ ਸਾਡੀ ਫਾਈਨੈਂਸ਼ੀਅਲ ਜਿਹੜੀ ਹੈਗੀ ਹੈ ਇਸ ਟਾਈਟ ਵਿਸ਼ਨ ਦੇ ਵਿੱਚ ਅਸੀਂ ਹੋਰ ਸਟੇਕ ਲਗਾ ਦਈਏ ਸਰਦੀਆਂ ਦੇ ਲਈ ਜ਼ਿਆਦਾ ਵੱਡਾ, ਜਿਹੜਾ ਕਿ ਜੇ ਕਿਸੇ ਕਾਰਪੋਰੇਟ ਦੇ ਵਿੱਚ ਕੋਈ ਵੀ ਮੈਨੂਫੈਕਚਰ ਹੋਰ ਵੱਡਾ ਸਟੇਕ ਆਪਣੇ ਸਿਰ 'ਤੇ ਨਹੀਂ ਲਗਾਉਣਾ ਚਾਹੇਗਾ। ਉਹ ਕਾਰਪੋਰੇਟ ਨੂੰ ਕਹਿ ਰਿਹਾ ਹੈਗਾ ਤੁਸੀਂ ਕਿੰਨਾ ਮਾਲ ਚੁੱਕ ਸਕਦੇ ਹੋ, ਕਿੰਨਾ ਮਾਲ ਤੁਹਾਨੂੰ ਕਮਿਟ ਕਰਦੇ ਹੋ, ਰੀਅਲ ਚਾਹੀਦਾ ਹੈਗਾ ਵਾ। ਅੱਗੇ ਤਾਂ ਹੁੰਦਾ ਸੀਗਾ ਵੀ ਚਲੋ ਅਸੀਂ ਖੁਸ਼ ਹੁੰਦੇ ਸੀ ਵੀ ਉਹਨੇ ਇੰਨਾ ਮਾਲ ਕਿਸੇ ਕਾਰਪੋਰੇਟ ਨੇ ਲਿਖਾਇਆ ਹੈਗਾ ਅਤੇ ਉਹ ਖੁਸ਼ ਹੋ ਕੇ ਉਹਨੂੰ ਬਣਾਉਂਦੇ ਸੀ ਵੀ ਮੈਨੂੰ ਜ਼ਿਆਦਾ ਆਰਡਰ ਮਿਲਿਆ ਘੱਟ ਮਿਲਿਆ। ਇਸ ਵੇਲੇ ਜੇ ਜ਼ਿਆਦਾ ਆਰਡਰ ਹੈ ਤਾਂ ਉਹ ਬੰਦਾ ਸਸਪੈਕਟ ਕਰਦਾ ਕਿ ਪਤਾ ਨਹੀਂ ਮੈਨੂੰ ਉਹ ਪਹਿਲਾਂ ਕਹਿੰਦਾ ਜੀ ਮੈਨੂੰ ਪੇਮੈਂਟ ਦੀ ਕੀ ਟਰਮਸ ਆ, ਮਾਲ ਚੁੱਕੂਗਾ ਨਹੀਂ ਚੁੱਕੇਗਾ ਕਿੰਨਾ। ਕੱਲ੍ਹ ਨੂੰ ਉਹ ਕਹਿੰਦੇ ਉਹਨਾਂ ਨੇ ਇੱਕ ਵਰਡ ਲਗਾਤਾ ਜੀ ਹੋਲਡ ਕਰ ਲਓ ਮਾਲ। ਹਾਂ, ਇੱਕ ਸੈਂਟੈਂਸ ਦਾ ਜਵਾਬ ਹੁੰਦਾ ਜੀ ਹੋਲਡ ਕਰ ਲਓ ਮਾਲ। ਹੁਣ ਹੋਲਡ ਦਾ ਕੀ ਮਤਲਬ ਹੈਗਾ? ਮਾਲ ਉਹਨੇ ਚੁੱਕਣਾ ਨਹੀਂ ਚੁੱਕਣਾ ਹੈਗਾ। ਸਾਡਾ ਸੀਜ਼ਨ 3 ਮਹੀਨੇ ਦਾ ਸੀਜ਼ਨ ਹੈਗਾ ਸਾਡਾ। 3 ਮਹੀਨੇ ਦੇ ਵਿੱਚ ਹੋਲਡ ਕਰਕੇ ਅਸੀਂ ਕਰਾਂਗੇ ਕੀ ਉਸ ਮਾਲ ਦਾ ਨੈਕਸਟ ਈਅਰ। ਤੇ ਗਵਰਨਮੈਂਟ ਵੱਲੋਂ ਜਿਵੇਂ ਕੋਈ ਇਹਦੇ ਵਿੱਚ ਤੁਸੀਂ ਕਿਹਾ ਕਿ ਬਿਜ਼ਨਸਮੈਨ ਦਾ ਬੜਾ ਜ਼ਿਆਦਾ ਸਟੇਕ ਆ ਗਿਆ ਇਸ ਵਾਰ, ਤੇ ਕੀ ਗਵਰਨਮੈਂਟ ਵੱਲੋਂ ਜਿਵੇਂ ਮੋਦੀ ਸਾਹਿਬ ਨੇ ਕਿਹਾ ਕਿ ਉਹ ਥੋੜਾ ਜਿਹਾ MSME ਸੈਕਟਰ ਨੂੰ ਜਾਂ SME ਸੈਕਟਰ ਨੂੰ ਸਪੋਰਟ ਕਰ ਰਿਹਾ, ਉਹਦੇ ਵੱਲੋਂ ਬੈਂਕਾਂ ਵੱਲੋਂ ਕੋਈ ਸਪੋਰਟਿਵ ਬਿਹੇਵੀਅਰ ਮਿਲ ਰਿਹਾ ਜੀ? ਹਾਂ, ਜਿਹੜੀ ਸੀਗੀ 3 ਲੱਖ ਕਰੋੜ ਦੀ ਜਿਹੜੀ ਸਕੀਮ ਸੀਗੀ, ਇਸ ਹਫਤੇ ਦੇ ਵਿੱਚ ਪਿਛਲੇ 10 ਦਿਨਾਂ ਤੋਂ ਉਹ ਬੈਂਕ ਉਹਨਾਂ ਨੂੰ ਆਟੋਮੈਟਿਕ ਰੂਟ ਦੇ ਵਿੱਚ ਸਭ ਨੂੰ ਉਹ ਫਾਈਨੈਂਸ ਮਿਲ ਰਿਹਾ ਹੈਗਾ। 20% ਫਾਈਨੈਂਸ ਜਿਹੜਾ ਕਿ 29 ਫੈਬਰੀ ਨੂੰ ਜਿਹੜਾ ਉਹਨਾਂ ਦਾ ਬੈਲੈਂਸ ਸੀਗਾ, ਜਿੰਨੀ ਕੋ ਲਿਮਿਟ ਇੰਜੋਏ ਕਰਦੇ ਸੀਗੇ, ਉਹਦਾ 20% ਸਭ ਉਹਨੂੰ ਦੇ ਰਹੇ ਆ। ਔਰ ਇੱਕ ਫਿਕਸਡ ਰੇਟ ਆਫ ਇੰਟਰਸਟ 8.25 ਤੇ ਉਹ ਸਭ ਨੂੰ ਮਤਲਬ ਉਹਦਾ ਇੰਡਸਟਰੀ ਨੂੰ ਕਿਤੇ ਨਾ ਕਿਤੇ ਕੁਝ ਰਿਲੈਕਸੇਸ਼ਨ ਮਿਲ ਰਹੀ ਹੈ। ਦੇਖੋ ਇਦਾਂ ਹੈਗਾ ਜੀ, ਲਿਕੁਇਡਿਟੀ ਜਿਹੜੀ ਹੈਗੀ ਹੈ ਉਹਦਾ ਫਾਇਦਾ ਰਹੇਗਾ ਹੀ ਰਹੇਗਾ। ਓਕੇ, ਮਤਲਬ ਮੈਂ ਇਸ ਗੱਲ ਦੇ ਵਿੱਚ ਦੇਖੋ ਅਸੀਂ ਇੰਟਰਸਟ ਸਬਵੈਂਸ਼ਨ ਵੀ ਚਾਹੁੰਦੇ ਸੀਗੇ, ਉਹ ਵੀ ਗਵਰਨਮੈਂਟ ਨੇ ਥੋੜ੍ਹੇ ਜਿਹੇ ਰੈਪੋ ਰੇਟ ਘਟਾ ਕੇ, ਰਿਵਰਸ ਰੈਪੋ ਘਟਾ ਕੇ ਉਹ ਸਾਰੀਆਂ ਉਹਦੇ ਵਿੱਚ ਵੀ ਫਰਕ ਪਿਆ ਹੈਗਾ ਵਾ। ਇੰਟਰਸਟ ਰੇਟ ਵੀ ਨੋ ਡਾਊਟ 1.5% ਦੇ ਰੇਟ ਵੀ ਘਟੇ ਨੇ। ਤੇ ਪਰ ਸਭ ਤੋਂ ਜ਼ਿਆਦਾ ਗੱਲ ਹੈਗੀ ਹੈ ਕਿ ਜਿਹੜੀ ਲਿਕੁਇਡਿਟੀ ਹੈਗੀ ਹੈ, ਜਿਹੜੀ ਮਾਰਕੀਟ 'ਚ 20% ਦੀ ਲਿਕੁਇਡਿਟੀ ਹੈਗੀ ਹੈ, ਬਹੁਤ ਜ਼ਰੂਰੀ ਸੀਗੀ। ਕਿਉਂਕਿ ਅਲਟੀਮੇਟਲੀ ਜੇ ਲਿਕੁਇਡਿਟੀ ਆਉਂਦੀ ਹੈਗੀ ਹੈ ਤਦ ਹੀ ਵਪਾਰ ਚੱਲਣਾ ਸੀਗਾ। ਤੇ ਲੇਬਰ ਦੀ ਵੀ ਕੋਈ ਪ੍ਰੋਬਲਮ ਹੈਗੀ ਹੈ? ਲੇਬਰ ਦੀ ਪ੍ਰੋਬਲਮ ਦੇਖੋ, ਲੇਬਰ ਕਾਫੀ ਚਲੀ ਗਈ ਹੈ, ਪਰ ਮੈਂ ਹੁਣ ਤੁਹਾਨੂੰ ਦੱਸਿਆ ਕਿ ਜੋ ਹਾਲਾਤ ਅੱਜ ਦੇ ਹੈਗੇ ਨੇ ਉਹਦੇ ਵਿੱਚ ਲੇਬਰ ਤਾਂ ਪਹਿਲਾਂ ਹੀ ਮਤਲਬ ਸਾਡੇ ਕੋਲ ਕੰਮ ਹੀ ਹਲੇ ਇੰਨਾ ਜ਼ਿਆਦਾ ਅਸੀਂ ਪਰਸੀਵ ਨਹੀਂ ਕਰ ਪਾ ਰਹੇ ਹੈਗੇ। ਔਰ ਉਸ ਤੋਂ ਬਾਅਦ ਮਤਲਬ ਜੋ ਇਸ ਵੇਲੇ ਲੇਬਰ ਕੰਮ ਕਰ ਰਹੀ ਹੈ ਉਹਨੂੰ ਉਨਾ ਕੰਮ ਮਿਲ ਰਿਹਾ ਜਿੰਨਾ ਕਿ ਅਸੀਂ ਮਤਲਬ ਉਨੀ ਕੁ ਲੇਬਰ ਸਾਡੇ ਕੋਲ ਹੈਗੀ ਹੈ, ਜਿੰਨਾ ਜ਼ਰੂਰਤ ਹੈਗੀ ਉਨਾ ਕੰਮ। ਹਾਂ, ਉਹ ਬੜਾ ਬੈਲੈਂਸਿੰਗ ਐਕਟ ਹੈਗਾ ਵੈ। ਅੱਛਾ ਦੇਖੋ, ਲੇਬਰ ਸਾਡੀ ਜਿਹੜੀ ਹੈਗੀ ਹੈ ਉਹ ਆਪਣੇ ਜਿਹੜੇ ਸਾਡੇ ਲੇਬਰ ਇੱਥੇ ਨਹੀਂ ਆਈ ਹੈ, ਚਲੀ ਗਈ ਹੈ, ਉਹਨਾਂ ਨਾਲ ਉਹ ਡਾਇਰੈਕਟ ਟੱਚ ਹੈਗੇ ਨੇ। ਹਾਂ, ਔਰ ਉਸ ਤੋਂ ਬਾਅਦ ਕੀ ਹੈਗਾ ਕਿ ਜਿਸ ਵੇਲੇ ਵੀ ਸਾਨੂੰ ਇਹ ਲੱਗਦਾ ਕਿ ਅੱਜ ਤੋਂ 10 ਦਿਨ ਬਾਅਦ, 15 ਦਿਨ ਬਾਅਦ, ਮਹੀਨੇ ਬਾਅਦ ਜਦੋਂ ਵੀ ਕੋਈ ਡਿਮਾਂਡ ਕ੍ਰੀਏਟ ਹੁੰਦੀ ਹੈ ਜਾਂ ਲੱਗਦਾ ਕਿ ਡਿਮਾਂਡ ਹੁਣ ਹਾਲਾਤ ਠੀਕ ਹੋ ਗਏ ਨੇ ਔਰ ਡਿਮਾਂਡ ਕ੍ਰੀਏਟ ਹੋਏਗੀ ਔਰ ਮਤਲਬ ਲੋਕੀ ਮੂਵ ਕਰਨਗੇ ਸੋਸ਼ਲ ਡਿਸਟੈਂਸਿੰਗ ਦੇ ਬਾਵਜੂਦ, ਮਤਲਬ ਗੈਦਰਿੰਗਸ ਹੋਣਗੀਆਂ ਤੇ ਔਰ ਸਾਡੇ ਕੋਲ ਜੇ ਡਿਮਾਂਡ ਜ਼ਿਆਦਾ ਕ੍ਰੀਏਟ ਹੁੰਦੀ ਹੈ ਤੇ ਇਹ ਕਮਿਊਨੀਕੇਸ਼ਨ ਉੱਥੇ ਹੀ ਬੈਠਿਆ, ਕੋਈ ਚਾਹੇ ਬਿਹਾਰ ਬੈਠਾ, ਚਾਹੇ UP ਬੈਠਾ, ਜਾਂ ਬੰਗਾਲ ਬੈਠਾ, ਉਹ ਸਭ ਲੇਬਰ ਨੂੰ ਪਤਾ ਲੱਗ ਜਾਏਗਾ ਕਿਉਂਕਿ ਉਹਨਾਂ ਨੂੰ ਵੀ ਕੰਮ ਚਾਹੀਦਾ ਹੈਗਾ। ਉਹ ਇੱਥੇ 7-8 ਮਹੀਨੇ ਜਿਹੜਾ ਕੰਮ ਕਰਨ ਨੂੰ ਆਉਂਦੇ ਸੀ, ਉਹ ਉੱਥੇ ਅੱਛੇ ਪੈਸੇ ਕਮਾਉਂਦੇ ਸੀਗੇ। ਜਿਹੜੀ ਸਾਡੀ ਲੁਧਿਆਣਾ ਜਿਹੜੀ ਸਪੈਸ਼ਲੀ ਮੈਂ ਤੁਹਾਨੂੰ ਜਿਹੜੀ ਫੈਸ਼ਨ ਇੰਡਸਟਰੀ ਦੀ ਗੱਲ ਕਰਦੀ ਹਾਂ, ਇਹ ਬੜਾ ਹੈਵਲੀ ਪੇ ਕਰਦੇ ਸੀਗੇ ਲੇਬਰ ਨੂੰ, ਬਹੁਤ ਹੈਂਡਸਮ ਪੇ ਹੁੰਦਾ ਸੀਗਾ। ਸੋ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜਿੱਦਾਂ ਹੀ ਲੇਬਰ ਨੂੰ ਉਹਦੇ ਲਈ ਕੰਮ ਦੀ ਇੰਟੀਮੇਸ਼ਨ ਜਾਏਗੀ ਤਾਂ ਆਟੋਮੈਟਿਕਲੀ ਵਾਪਸ ਆ ਜਾਣਗੇ, ਕਿਉਂਕਿ ਕਮਿਊਨੀਕੇਟ ਅਸੀਂ ਨਹੀਂ ਬੁਲਾਵਾਂਗੇ, ਲੇਬਰ ਤੋਂ ਹੀ ਪਤਾ ਲੱਗ ਜਾਏਗਾ ਕਿ ਅਸੀਂ ਇਹਨਾਂ ਨੂੰ ਲੇਬਰ ਦੀ ਜ਼ਰੂਰਤ ਹੈਗੀ, ਉਸ ਵੇਲੇ ਹੀ ਉਹ ਮੂਵ ਕਰ ਜਾਣਗੇ, ਵਿਦਨ ਡੇਜ਼ ਉਹ ਮੂਵ ਕਰਕੇ ਇੱਥੇ ਆ ਜਾਣਗੇ। ਤੇ ਹੋਰ ਤੁਸੀਂ ਕੁਝ ਕਹਿਣਾ ਚਾਹੋਗੇ? ਕੋਈ ਸਰਕਾਰ ਨੂੰ ਅਪੀਲ ਜਾਂ ਕੋਈ ਕਿਸੇ ਤਰੀਕੇ ਦੀ ਡਿਮਾਂਡ ਤੁਹਾਡੀ, ਜਾਂ ਇੰਡਸਟਰੀ ਨੂੰ ਕੋਈ ਮੈਸੇਜ? ਇੰਡਸਟਰੀ ਨੂੰ ਮੈਸੇਜ ਤਾਂ ਮੈਂ ਹੀ ਕਹਾਂਗਾ ਜੀ ਵੀ ਜੋ ਹਾਲਾਤ ਨੇ ਆਪਣੇ ਆਪ ਨੂੰ ਦੇਖੋ, ਇੱਦਾਂ ਹੈਗਾ ਕਿ ਡਿਮਾਂਡ ਨੂੰ ਲੈ ਕੇ ਜਾਂ ਪ੍ਰੋਡਕਸ਼ਨ ਨੂੰ ਲੈ ਕੇ ਕੋਈ ਇਮੋਸ਼ਨਲ ਪਲੈਨਿੰਗ ਨਹੀਂ ਹੋਣੀ ਚਾਹੀਦੀ। ਰਿਐਲਿਟੀਜ਼ ਦੇ ਵਿੱਚ ਜੋ ਗਰਾਊਂਡ ਹੈਗੀ ਹੈ ਆਦਮੀ ਨੂੰ ਉਸ ਹਿਸਾਬ ਨਾਲ ਵੀ ਅਸੀਂ ਕੋਈ ਇਹ ਸੋਚਣ ਜੀ ਵੀ ਮਾਲ ਬਹੁਤ ਘੱਟ ਬਣ ਰਹੇ ਨੇ ਇਸ ਕਰਕੇ ਬਹੁਤ ਵੱਡੀ ਡਿਮਾਂਡ ਕ੍ਰੀਏਟ ਹੋ ਜਾਏਗੀ, ਜਾਂ ਕੋਈ ਹੋਰ ਇਸ ਤੋਂ ਉਲਟ ਵੀ ਹੋ ਸਕਦਾ ਵੀ ਇਹ ਡਿਮਾਂਡ ਬਿਲਕੁਲ ਹੀ ਨਹੀਂ ਕ੍ਰੀਏਟ ਹੋਣੀ। ਮਤਲਬ ਇੱਕ ਬੈਲੈਂਸ ਸੋਚ ਦੇ ਨਾਲ ਇੰਡਸਟਰੀ ਆਪਣੇ ਕੰਮ ਨੂੰ ਕਰੇ ਔਰ ਗ੍ਰੈਜੂਅਲੀ ਜੇ ਮਤਲਬ ਡਿਮਾਂਡ ਕ੍ਰੀਏਟ ਹੁੰਦੀ ਹੈ ਤਾਂ ਮਾਲ ਵਧਾਉਣੇ ਸ਼ੁਰੂ ਕਰ ਦੇਵੇ। ਜੇ ਕੁਝ ਹੋਰ ਫਰਕ ਆਉਂਦਾ ਤਾਂ ਉਸ ਹਿਸਾਬ ਨਾਲ ਆਪਣੇ ਆਪ ਨੂੰ ਕਰੈਕਟਿਵ ਸਟੈਪ ਲੈਂਦੀ ਰਹੇ। ਠੀਕ ਹੈ ਸਰ, ਥੈਂਕ ਯੂ ਸਰ। ਤੇ ਦੋਸਤੋ, ਇਹ ਸੀਗੇ ਸੁਦਰਸ਼ਨ ਜੈਨ ਜੀ, ਜਿਹੜੇ ਕਿ ਫੈਸ਼ਨ ਹੌਜ਼ਰੀ ਇੰਡਸਟਰੀ ਦੇ ਐਸੋਸੀਏਸ਼ਨ ਦੇ ਪ੍ਰਧਾਨ ਹੈਗੇ। ਇਹਨਾਂ ਨੇ ਇਸ ਵਾਰੀ ਪੂਰੀ ਇੰਡਸਟਰੀ ਨੂੰ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਵਾਰੀ ਬੜਾ ਬੈਲੈਂਸਿੰਗ ਕਰਕੇ ਆਪਣੀ ਸੂਝ-ਬੂਝ ਤੇ ਆਪਣੇ ਐਕਸਪੀਰੀਅੰਸ ਦੇ ਨਾਲ ਤੁਹਾਨੂੰ ਕੰਮ ਕਰਨ ਦੀ ਲੋੜ ਹੈ। ਇਹ ਸਾਲ 2020 ਜਿਹੜਾ ਕੋਵਿਡ ਦਾ ਈਅਰ ਹੈ, ਕੋਵਿਡ ਦੇ ਈਅਰ 'ਚ ਹਰ ਬੰਦਾ ਇਫੈਕਟਡ ਹੈ, ਹਰ ਚੀਜ਼ ਇਫੈਕਟਡ ਹੈ। ਸੋ
ਜਿਹੜਾ ਵੀ ਹੈ ਆਪਣਾ ਕੰਮ ਕਰੋ, ਬੜੇ ਬੈਲੈਂਸ ਤਰੀਕੇ ਨਾਲ ਕਰੋ, ਰਿਸਕ ਜ਼ਿਆਦਾ ਲੈਣ ਦੀ ਲੋੜ ਨਹੀਂ ਹੈਗੀ। ਆਪਣੇ ਸੂਝ-ਬੂਝਤਾ ਦੇ ਹਿਸਾਬ ਨਾਲ ਮਾਰਕੀਟ ਦੀ ਸਿਚੁਏਸ਼ਨ ਨੂੰ ਦੇਖਦੇ ਹੋਏ 15 ਦਿਨ ਬਾਅਦ ਰਿਵਿਊ ਕਰਦੇ ਹੋਏ ਕੰਮ ਕੀਤਾ ਜਾਣ ਦੀ ਲੋੜ ਹੈ। ਧੰਨਵਾਦ। ਦੇਖਦੇ ਰਹੋ ਜਨਹਿਤੈਸ਼ੀ। ਧੰਨਵਾਦ।